10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਆਪਾਂ ਸਾਇੰਸ ਵਿਸ਼ੇ ਦਾ ਜਿਹੜਾ 5ਵਾਂ ਪਾਠ ਹੈ ਉਸ ਦੇ ਬਾਰੇ ਅਧਿਐਨ ਕਰ ਰਹੇ ਹਾਂ। ਤਾਂ ਅਭਿਆਸ ਦੇ ਜਿਹੜੇ ਅੰਦਰਲੇ ਪ੍ਰਸ਼ਨ ਹੈ ਉਹਨਾਂ 'ਚੋਂ 12ਵਾਂ ਪ੍ਰਸ਼ਨ ਹੈਗਾ ਕਿ ਆਧੁਨਿਕ ਵਰਤੀ ਸਾਰਣੀ ਵਿੱਚ ਪਹਿਲੇ 10 ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ। ਭਾਵ 1 ਤੋਂ ਲੈ ਕੇ 10 ਤੱਕ ਜਿਨ੍ਹਾਂ ਦੇ ਪਰਮਾਣੂ ਅੰਕ ਹੈਗੇ ਹੈ ਉਹਨਾਂ ਦੇ ਵਿੱਚੋਂ ਸਿਰਫ 3 ਹੀ ਧਾਤਾਂ ਹੈ, ਬਾਕੀ ਸਾਰੀਆਂ ਅਧਾਤਾਂ ਹੈ। ਕਿਹੜੀਆਂ-ਕਿਹੜੀਆਂ? ਲੀਥੀਅਮ, ਬੈਰੀਲੀਅਮ ਤੇ ਬੋਰਾਨ। 13ਵਾਂ ਪ੍ਰਸ਼ਨ ਹੈ ਕਿ ਆਵਰਤੀ ਸਾਰਣੀ ਵਿੱਚ ਇਹਨਾਂ ਦੇ ਸਥਾਨ ਦੇ ਆਧਾਰ ਤੇ ਇਹਨਾਂ ਵਿੱਚੋਂ ਕਿਸ ਤੱਤ ਵਿੱਚ ਸਭ ਤੋਂ ਵੱਧ ਧਾਤਵੀ ਗੁਣ ਹਨ। ਤਾਂ ਇਹਨਾਂ 'ਚ ਜਿਹੜਾ ਬੈਰੀਲੀਅਮ ਹੈ ਉਹ ਸਭ ਤੋਂ ਵੱਧ ਧਾਤਵੀ ਗੁਣ ਹੈ, ਕਿਉਂਕਿ ਕਿਸੇ ਵੀ ਪੀਰੀਅਡ ਦੇ ਵਿੱਚ ਆਪਾਂ ਜਦੋਂ ਖੱਬੇ ਤੋਂ ਸੱਜੇ ਪਾਸੇ ਜਾਂਦੇ ਹਾਂ ਤਾਂ ਜਿਹੜੇ ਧਾਤਵੀ ਗੁਣ ਹੈ ਉਹ ਘਟਦੇ ਹਨ। ਪਰ ਬੈਰੀਲੀਅਮ ਜਿਹੜਾ ਹੈਗਾ ਉਹ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਗੈਲੀਅਮ, ਜਰਮੇਨੀਅਮ, ਆਰਸੈਨਿਕ ਤੇ ਸੈਲੇਨੀਅਮ ਨਾਲੋਂ ਇਹ ਉਸਦੇ ਖੱਬੇ ਪਾਸੇ ਪਿਆ ਹੁੰਦਾ ਹੈ। ਤਾਂ ਇਹਨਾਂ ਵਿੱਚੋਂ ਬੈਰੀਲੀਅਮ ਹੈ ਉਹ ਇੱਕ ਧਾਤ ਹੈ ਤੇ ਸਭ ਤੋਂ ਵੱਧ ਧਾਤਵੀ ਗੁਣ ਆਉਂਦੇ। ਇਸੇ ਤਰ੍ਹਾਂ ਆਪਾਂ ਅਭਿਆਸ ਦੇ ਕੁਝ ਪ੍ਰਸ਼ਨ ਉੱਤਰ ਦੇਖਾਂਗੇ। ਇਹਨਾਂ ਵਿੱਚੋਂ ਮੈਂ ਬੈਰੀਲੀਅਮ ਨੂੰ ਛੱਡ ਕੇ ਬਾਕੀਆਂ ਬਾਰੇ ਵੀ ਤੁਹਾਨੂੰ ਦੱਸਦਾ। ਜ਼ਿਆਦਾਤਰ ਇਹਦੇ ਵਿੱਚ ਬੈਰੀਲੀਅਮ ਨੂੰ ਛੱਡ ਕੇ ਇਹਦੇ 'ਚ ਉਪ ਧਾਤਾਂ ਹੈਗੀਆਂ, ਕੁਝ ਅਧਾਤ ਵੀ ਇਹਦੇ ਵਿੱਚ। ਅਭਿਆਸ ਦੇ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਆਵਰਤੀ ਸਾਰਣੀ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਣ ਨਾਲ ਤਰਤੀਬ ਬਾਰੇ ਕਿਹੜਾ ਕਥਨ ਸੱਚ ਨਹੀਂ ਹੈ। ਪਹਿਲਾ ਹੈਗਾ ਕਿ ਤੱਤਾਂ ਦਾ ਧਾਤਵੀ ਸੁਭਾਅ ਘਟਦਾ ਹੈ। ਇਹ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਬੈਰੀਲੀਅਮ ਦੇ ਕੇਸ 'ਚ, ਇਹ ਸੱਚ ਹੈ। ਦੂਜਾ ਹੈ ਵੀ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਵੱਧ ਜਾਂਦੀ ਹੈ, ਇਹ ਵੀ ਸੱਚ ਹੈ। ਕਿਉਂਕਿ ਜੇ ਆਪਾਂ ਪਹਿਲੇ ਗਰੁੱਪ ਦੀ ਗੱਲ ਕਰੀਏ ਤਾਂ ਉਸਦੀ ਸੰਯੋਜਕਤਾ 1 ਹੈ, ਦੂਸਰੇ ਗਰੁੱਪ ਦੀ ਸੰਯੋਜਕਤਾ 2 ਹੈ। ਮਤਲਬ ਖੱਬੇ ਤੋਂ ਸੱਜੇ ਜਾਣ ਵੇਲੇ ਸੰਯੋਜਕਤਾ ਜਿਹੜੀ ਆ ਉਹ ਵੀ ਵੱਧਦੀ ਜਾਂਦੀ ਹੈ। ਤੀਸਰੇ ਨੰਬਰ 'ਤੇ ਆਪਾਂ ਨੂੰ ਦੱਸਿਆ ਕਿ ਪਰਮਾਣੂ ਸੌਖ ਨਾਲ ਇਲੈਕਟ੍ਰੋਨਾਂ ਨੂੰ ਗਵਾ ਦਿੰਦੇ ਹਨ। ਤੇ ਚੌਥਾ ਦੱਸਿਆ ਇਹਨਾਂ ਦੇ ਆਕਸਾਈਡ ਵਧੇਰੇ ਤੇਜ਼ਾਬੀ ਹੋ ਜਾਂਦੇ ਹਨ। ਤਾਂ ਇਹਦੇ 'ਚੋਂ ਇਕੱਲਾ ਤੀਸਰਾ ਜਿਹੜਾ ਹੈਗਾ ਉਹ ਗਲਤ ਹੈ। ਮਤਲਬ ਪਰਮਾਣੂ ਸੌਖ ਨਾਲ ਇਲੈਕਟ੍ਰੋਨਾਂ ਨੂੰ ਗਵਾ ਦਿੰਦੇ ਹਨ। ਪਰਮਾਣੂ ਸੌਖਿਆਂ ਇਲੈਕਟ੍ਰੋਨ ਨਹੀਂ ਗਵਾਉਂਦੇਗੇ, ਉਹਨਾਂ ਦੀ ਜਾਂ ਤਾਂ ਉੱਥੇ ਆਪਸ ਵਿੱਚ ਸਾਂਝ ਬਣਦੀ ਹੈ, ਸੰਯੋਜਕਤਾ ਬਣਦੀ ਹੈ, ਇਲੈਕਟ੍ਰੋਨਾਂ ਦਾ ਉਦੋਂ ਆਦਾਨ ਪ੍ਰਦਾਨ ਕਰਦੇ ਆ। ਪਰਮਾਣੂ ਸੌਖਿਆਂ ਹੀ ਇਲੈਕਟ੍ਰੋਨ ਨਹੀਂ ਗਵਾਉਂਦੇ, ਇਸ ਲਈ ਤੀਸਰਾ ਜਿਹੜਾ ਹੈਗਾ ਉਹ ਗਲਤ ਹੈ, ਉਹ ਕਥਨ ਸੱਚ ਨਹੀਂ ਹੈਗਾ। ਦੂਸਰਾ ਪ੍ਰਸ਼ਨ ਹੈ ਕਿ ਤੱਤ HCl2 ਸੂਤਰ ਵਾਲਾ ਇੱਕ ਕਲੋਰਾਈਡ ਬਣਾਉਂਦਾ ਹੈ ਜੋ ਕਿ ਇੱਕ ਵੱਧ ਪਿਘਲਣ ਅੰਕ ਦਾ ਠੋਸ ਹੈ। ਇਹ X ਸੰਭਵ ਤੌਰ 'ਤੇ ਆਵਰਤੀ ਸਾਰਣੀ ਦੇ ਉਸ ਗਰੁੱਪ ਵਿੱਚ ਹੋਵੇਗਾ ਜਿਸ ਵਿੱਚ ਹੈ ਪਹਿਲਾ ਸੋਡੀਅਮ, ਦੂਸਰਾ ਮੈਗਨੀਸ਼ੀਅਮ, ਤੀਸਰਾ ਐਲੂਮੀਨੀਅਮ, ਚੌਥਾ ਸਿਲੀਕੌਨ। ਤਾਂ ਇਹਦਾ B ਆਵੇਗਾ ਮੈਗਨੀਸ਼ੀਅਮ, ਕਿਉਂਕਿ ਮੈਗਨੀਸ਼ੀਅਮ ਦੂਸਰੇ ਗਰੁੱਪ ਵਿੱਚ ਹੈਗਾ। ਇਹ ਜਦੋਂ ਸੰਕੇਤ ਬਣਾਏ ਜਾਂਦੇ ਆ ਕਿਸੇ ਯੌਗਿਕ ਦੇ, ਤੁਸੀਂ 9ਵੀਂ ਜਮਾਤ 'ਚ ਵੀ ਇਹਦੇ ਬਾਰੇ ਪੜ੍ਹਿਆ ਸੀਗਾ ਕਿ ਜੇ X ਦੀ ਸੰਯੋਜਕਤਾ 2 ਹੋਵੇਗੀ ਤਾਂ ਹੀ ਉਹ ਜਿਹੜਾ ਸੰਯੋਜਕਤਾ ਵਾਲਾ ਇਲੈਕਟ੍ਰੋਨ ਹੈ ਜਿੰਨੇ ਉਹ ਦੂਸਰੇ ਦੇ ਪੈਰਾਂ ਵਿੱਚ ਲੱਗ ਜਾਣਗੇ, ਭਾਵ ਕਲੋਰੀਨ ਦੇ ਪੈਰ 'ਚ 2 ਲੱਗ ਜਾਏਗਾ। ਤਾਂ ਇਹਦਾ ਭਾਵ ਇਹ ਦੂਸਰੇ ਗਰੁੱਪ ਦਾ ਮੈਂਬਰ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਦੂਸਰੇ ਗਰੁੱਪ ਦਾ ਮੈਂਬਰ ਕਿਹੜਾ? ਮੈਗਨੀਸ਼ੀਅਮ ਹੈ। ਇਸ ਲਈ ਦੂਸਰੇ ਦਾ ਉੱਤਰ Mg ਹੈ। ਇਹੀ ਕਾਰਨ ਹੈ ਵੀ ਜੇ ਸੋਡੀਅਮ ਕਲੋਰਾਈਡ ਦਾ ਫਾਰਮੂਲਾ ਲਿਖਣਾ ਹੋਵੇ ਤਾਂ NaCl ਹੋਵੇਗਾ, ਕਿਉਂਕਿ ਜਿਹੜਾ ਉਸ ਵਿੱਚੋਂ ਸੋਡੀਅਮ ਪਹਿਲੇ ਗਰੁੱਪ ਦਾ ਮੈਂਬਰ ਹੈ ਅਤੇ ਉਸ ਦੀ ਸੰਯੋਜਕਤਾ 1 ਹੈ, ਤਾਂ ਕਲੋਰੀਨ ਦੇ ਪੈਰ 'ਚ 1 ਹੋਊਗਾ, ਜਿਹਨੂੰ ਆਪਾਂ ਇਕੱਲਾ ਕਲੋਰੀਨ ਵੀ ਲਿਖ ਦਿੰਦੇ ਹਾਂ। ਅਤੇ ਐਲੂਮੀਨੀਅਮ ਜਿਹੜਾ ਤੀਸਰੇ ਗਰੁੱਪ ਦਾ ਮੈਂਬਰ ਹੈਗਾ। ਤਾਂ ਇਸ ਲਈ ਇਹਦੇ 'ਚੋਂ ਜਿਹੜਾ ਸਹੀ ਉੱਤਰ ਹੈ ਸੰਭਾਵੀ ਤੌਰ 'ਤੇ ਉਹ B ਹੈ, ਭਾਵ ਮੈਗਨੀਸ਼ੀਅਮ। ਤੀਸਰਾ ਪ੍ਰਸ਼ਨ ਹੈ ਕਿ ਕਿਸ ਤੱਤ ਵਿੱਚ ਪਹਿਲਾ ਹੈ ਵੀ 2 ਸ਼ੈੱਲ ਹਨ ਅਤੇ ਦੋਵੇਂ ਇਲੈਕਟ੍ਰੋਨਾਂ ਨਾਲ ਪੂਰੇ ਭਰੇ ਹਨ। ਤਾਂ ਇਹਦਾ ਭਾਵ ਹੈ 2 ਸ਼ੈੱਲ ਦਾ ਭਾਵ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਹੁੰਦੇ ਆ, ਦੂਜੇ ਸ਼ੈੱਲ 'ਚ 8 ਇਲੈਕਟ੍ਰੋਨ ਹੁੰਦੇ ਆ। ਤਾਂ 2 ਤੇ 8 ਭਾਵ ਇਹਦਾ ਜੋੜ 10 ਬਣ ਗਿਆ। ਤਾਂ ਪਰਮਾਣੂ ਅੰਕ 10 ਕਿਹਦਾ ਹੈਗਾ? ਨਿਓਨ ਦਾ। ਤਾਂ ਇਹਦਾ ਉੱਤਰ ਜਿਹੜਾ ਹੈਗਾ ਨਿਓਨ ਹੈ। ਇਸੇ ਤਰ੍ਹਾਂ ਆਪਾਂ ਨੂੰ ਕਿਹਾ ਹੈ ਕਿ ਇਲੈਕਟ੍ਰੋਨੀ ਤਰਤੀਬ 282 ਹੈ।
ਤਾਂ ਇਹ ਮੈਗਨੀਸ਼ੀਅਮ ਦੀ ਹੈ, ਕਿਉਂਕਿ ਮੈਗਨੀਸ਼ੀਅਮ ਦਾ ਪਰਮਾਣੂ ਅੰਕ 12 ਹੋ ਗਿਆ। 2 + 8 + 2 = 12 ਇਲੈਕਟ੍ਰੋਨਾਂ ਦੀ ਸੰਖਿਆ ਤੋਂ। ਤਾਂ ਇਹਦਾ ਉੱਤਰ ਮੈਗਨੀਸ਼ੀਅਮ ਹੈ। ਤੀਸਰਾ ਕਿ ਕੁੱਲ 3 ਸ਼ੈੱਲ ਹਨ ਅਤੇ ਸੰਯੋਜਨ ਸ਼ੈੱਲ ਵਿੱਚ 4 ਇਲੈਕਟ੍ਰੋਨ ਹਨ। ਭਾਵ ਪਹਿਲਾ ਸ਼ੈੱਲ ਵੀ ਪੂਰਾ, ਉਹਦੇ 'ਚ 2 ਇਲੈਕਟ੍ਰੋਨ ਹੈ, ਦੂਜਾ ਸ਼ੈੱਲ ਵੀ ਪੂਰਾ, ਉਹਦੇ 'ਚ 8 ਇਲੈਕਟ੍ਰੋਨ ਹੈ, ਤੀਸਰੇ ਵਿੱਚ 4 ਇਲੈਕਟ੍ਰੋਨ ਹੈ। ਤਾਂ ਇਹਦਾ ਪਰਮਾਣੂ ਅੰਕ 14 ਹੋਣਾ ਚਾਹੀਦਾ ਹੈ। ਤੇ 14 ਪਰਮਾਣੂ ਅੰਕ ਵਾਲਾ ਜਿਹੜਾ ਹੈਗਾ ਤੱਤ ਕਿਹੜਾ ਇਹ ਸਿਲੀਕੌਨ ਹੈ। ਜਿਹੜਾ ਤੁਹਾਨੂੰ ਦੂਸਰੇ ਪ੍ਰਸ਼ਨ 'ਚ ਵੀ ਪਹਿਲਾਂ ਦਿਖਾਇਆ ਸੀਗਾ, ਸਿਲੀਕੌਨ ਡੀ ਆਪਸ਼ਨ ਆਈ ਸੀ, ਉਹ ਚੌਥੇ ਗਰੁੱਪ ਦਾ ਮੈਂਬਰ ਸੀਗਾ। ਸੋਡੀਅਮ ਪਹਿਲੇ ਗਰੁੱਪ 'ਚ ਹੈ, ਮੈਗਨੀਸ਼ੀਅਮ ਦੂਜੇ ਗਰੁੱਪ 'ਚ ਹੈ, ਐਲੂਮੀਨੀਅਮ ਤੀਸਰੇ ਗਰੁੱਪ 'ਚ ਹੈ ਅਤੇ ਸਿਲੀਕੌਨ ਚੌਥੇ ਗਰੁੱਪ 'ਚ ਹੈ। ਤਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਜਿਹੜਾ ਆਪਾਂ ਨੂੰ ਉੱਤਰ ਆਇਆ ਹੈਗਾ ਸਿਲੀਕੌਨ ਆਇਆ, ਚੌਥੇ ਗਰੁੱਪ ਦਾ ਮੈਂਬਰ ਹੈ ਅਤੇ ਉਹਦੀ ਪ੍ਰਮਾਣੁਕਤਾ ਵੀ ਜਿਹੜੀ ਹੈਗੀ ਹੈ, ਸੰਯੋਜਕਤਾ ਜਿਹੜੀ ਉਸਦੀ ਹੈਗੀ ਆ ਉਹ ਵੀ 4 ਹੈ। ਤਾਂ ਅਗਲਾ ਪ੍ਰਸ਼ਨ ਹੈ ਕਿ ਦੂਜੇ ਸ਼ੈੱਲ ਵਿੱਚ ਪਹਿਲੇ ਸ਼ੈੱਲ ਨਾਲੋਂ ਦੁੱਗਣੇ ਇਲੈਕਟ੍ਰੋਨ ਹਨ। ਹੁਣ ਪਹਿਲੇ ਸ਼ੈੱਲ 'ਚ ਹਮੇਸ਼ਾ 2 ਹੋ ਸਕਦੇ, ਦੂਜੇ 'ਚ ਕਿੰਨੇ ਹੋਣਗੇ? ਇਹਨਾਂ ਨੇ ਕਿਹਾ ਪ੍ਰਸ਼ਨ ਦੇ ਅਨੁਸਾਰ ਵੀ ਉਹਦੇ ਨਾਲ ਦੁੱਗਣੇ, ਭਾਵ 4। ਤਾਂ ਉਸਦਾ ਪਰਮਾਣੂ ਅੰਕ 6 ਹੋ ਗਿਆ। 6 ਪਰਮਾਣੂ ਅੰਕ ਕਿਹਦਾ? ਕਾਰਬਨ ਦਾ। ਕੁੱਲ 2 ਸ਼ੈੱਲ ਹਨ ਅਤੇ ਸੰਯੋਜਕ ਸ਼ੈੱਲ ਵਿੱਚ 3 ਇਲੈਕਟ੍ਰੋਨ ਹਨ। ਤਾਂ ਭਾਵ ਪਹਿਲੇ 'ਚ ਤਾਂ 2 ਕੰਪਲੀਟ ਹੋ ਗਏ ਇਲੈਕਟ੍ਰੋਨ, ਦੂਸਰੇ ਵਿੱਚ 3 ਇਲੈਕਟ੍ਰੋਨ ਹੋਣਗੇ, ਭਾਵ 5 ਹੋ ਗਿਆ। ਅਤੇ 5 ਕਿਸ ਦਾ ਪਰਮਾਣੂ ਅੰਕ ਹੈਗਾ? ਬੋਰਾਨ ਦਾ, ਜਿਹਨੂੰ ਆਪਾਂ ਇਕੱਲੇ B ਦੇ ਨਾਲ ਲਿਖਦੇ ਹਾਂ। ਚੌਥਾ ਪ੍ਰਸ਼ਨ ਹੈ ਕਿ ਆਵਰਤੀ ਸਾਰਣੀ ਵਿੱਚ ਬੋਰਾਨ ਕਾਲਮ ਦੇ ਸਾਰੇ ਤੱਤਾਂ ਦਾ ਸਾਂਝਾ ਗੁਣ ਕੀ ਹੈ? ਜਿਹੜਾ ਕਾਲਮ ਹੁੰਦਾ ਹੈ, ਬੋਰਾਨ ਕਾਲਮ ਦਾ ਭਾਵ ਬੋਰਾਨ ਵਾਲਾ ਜਿਹੜਾ ਪੂਰੇ ਦਾ ਪੂਰਾ ਗਰੁੱਪ ਹੈ, ਉਸ ਦੇ ਸਾਰੇ ਤੱਤਾਂ ਦੀ ਸੰਯੋਜਕਤਾ ਕੀ ਹੋਵੇਗੀ? ਸਾਰਿਆਂ ਦੀ 3 ਹੋਵੇਗੀ। ਜੇ ਕੋਈ ਪਹਿਲੇ ਗਰੁੱਪ 'ਚ ਹੈ ਤਾਂ ਉਹਦੀ ਸਾਰਿਆਂ ਦੀ ਸੰਯੋਜਕਤਾ 1 ਹੋਵੇਗੀ। ਜੇ ਕੋਈ ਦੂਸਰੇ ਗਰੁੱਪ 'ਚ ਹੈ, ਸਾਰਿਆਂ ਦੀ ਸੰਯੋਜਕਤਾ 2 ਹੋਵੇਗੀ। ਤਾਂ ਇੱਥੇ ਬੋਰਾਨ ਕਾਲਮ ਦੇ ਸਾਰੇ ਤੱਤਾਂ ਦੀ ਸੰਯੋਜਕਤਾ ਕਿੰਨੀ ਹੋਵੇਗੀ? 3। ਚੌਥਾ ਪ੍ਰਸ਼ਨ ਹੈ, ਇਸ ਦਾ B ਭਾਗ ਹੈਗਾ ਕਿ ਆਵਰਤੀ ਸਾਰਣੀ ਵਿੱਚ ਫਲੋਰੀਨ ਕਾਲਮ ਦੇ ਸਾਰੇ ਤੱਤਾਂ ਦਾ ਸਾਂਝਾ ਗੁਣ ਕੀ ਹੈ? ਤਾਂ ਸਾਰਿਆਂ ਦੀ ਜਿਹੜੇ ਸਾਂਝਾ ਗੁਣ ਇਹੀ ਹੈ ਕਿ ਉਹਨਾਂ ਦੇ ਵਿੱਚ ਬਾਹਰੀ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 7 ਹੈ, ਜਿਸ ਦਾ ਭਾਵ ਹੈ ਉਹਨਾਂ ਦੀ ਸੰਯੋਜਕਤਾ ਹਮੇਸ਼ਾ ਹੀ 1 ਹੋਵੇਗੀ। 1 ਕਿਉਂ ਹੋਵੇਗੀ? ਸੰਯੋਜਕਤਾ ਕਿਵੇਂ ਪਤਾ ਕਰਦੇ ਹਾਂ? ਜੇ ਕਿਸੇ ਸ਼ੈੱਲ ਦੇ ਵਿੱਚ 2 ਤੋਂ ਵੱਧ ਇਲੈਕਟ੍ਰੋਨ ਹੈਗੇ ਆ, ਭਾਵ 8 ਇਲੈਕਟ੍ਰੋਨ ਮੈਕਸੀਮਮ ਹੋਣੇ ਚਾਹੀਦੇ ਆ, ਅਤੇ ਜੇ ਕਿਸੇ ਵਿੱਚ 7 ਹੈਗੇ ਆ ਤਾਂ 8 - 7 ਕਰਕੇ ਉਸਦੀ ਸੰਯੋਜਕਤਾ 1 ਆ ਜਾਵੇਗੀ। ਤਾਂ ਇਹ ਆਪਣਾ ਚੌਥਾ ਪ੍ਰਸ਼ਨ ਸੀਗਾ। ਹੁਣ ਆਪਣਾ ਪੰਜਵਾਂ ਪ੍ਰਸ਼ਨ ਹੈ ਕਿ ਇੱਕ ਪਰਮਾਣੂ ਦੀ ਇਲੈਕਟ੍ਰੋਨ ਤਰਤੀਬ 2 8 7 ਹੈ, ਇਸ ਦਾ ਪਰਮਾਣੂ ਅੰਕ ਕੀ ਹੈ? ਸਾਰੇ ਇਲੈਕਟ੍ਰੋਨਾਂ ਨੂੰ ਜੋੜ ਕੇ ਜੋ ਉੱਤਰ ਆਵੇਗਾ ਉਹ ਪਰਮਾਣੂ ਅੰਕ ਆਵੇਗਾ, ਭਾਵ 2 + 8 + 7 = 17। ਤਾਂ 17 ਪਰਮਾਣੂ ਅੰਕ ਕਿਹਦਾ? ਕਲੋਰੀਨ ਦਾ ਹੈਗਾ। ਅਗਲਾ ਪ੍ਰਸ਼ਨ ਕਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ? ਜਿਹੜਾ ਜਿਸ ਦਾ 17 ਆਇਆ ਤਾਂ ਕਲੋਰੀਨ ਵਾਲਾ ਪੂਰੇ ਦਾ ਪੂਰਾ ਗਰੁੱਪ ਜਿਹੜਾ ਹੈਗਾ ਉਸ ਦੇ ਵਿੱਚ ਫਲੋਰੀਨ ਵੀ ਹੁੰਦਾ, ਆਇਓਡੀਨ ਵੀ ਹੁੰਦਾ। ਤਾਂ ਇਹਦੇ ਵਿੱਚੋਂ ਇਹਦੇ ਨਾਲ ਸਮਾਨਤਾ ਕਿਹਦੀ ਹੋਵੇਗੀ? ਫਲੋਰੀਨ ਨਾਲ, ਜਿਸ ਦਾ ਪਰਮਾਣੂ ਅੰਕ 9 ਹੈ। ਇਹਨਾਂ ਸਾਰਿਆਂ ਦੀ ਜਿਹੜਾ ਬਾਹਰਲੇ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 7 ਹੋਵੇਗੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫਲੋਰੀਨ ਦੇ ਬਾਹਰਲੇ ਸ਼ੈੱਲ ਦੇ ਵਿੱਚ 7 ਇਲੈਕਟ੍ਰੋਨ ਹੈ, ਦੂਸਰੇ ਨੰਬਰ 'ਤੇ ਹੈ ਜਿਹੜਾ। ਤਾਂ ਕਲੋਰੀਨ ਅਤੇ ਫਲੋਰੀਨ ਦੇ ਸੰਯੋਜਕ ਇਲੈਕਟ੍ਰੋਨ ਇੱਕੋ ਜਿਹੇ ਹਨ, ਇਸ ਲਈ ਇਹਨਾਂ ਦੀ ਰਸਾਇਣਿਕ ਸਮਾਨਤਾ ਹੋਵੇਗੀ। 6ਵਾਂ ਪ੍ਰਸ਼ਨ ਹੈ ਆਪਣੇ ਕੋਲ ਕਿ ਆਵਰਤੀ ਸਾਰਣੀ ਵਿੱਚ 3 ਤੱਤਾਂ A, B ਅਤੇ C ਦੀ ਸਥਿਤੀ ਹੇਠ ਦਿੱਤੇ ਅਨੁਸਾਰ ਹੈ। ਪਹਿਲਾ ਗਰੁੱਪ 16 ਅਤੇ ਫਿਰ ਗਰੁੱਪ 17, ਉਹਨਾਂ ਦੇ ਵਿੱਚ ਆਪਣੇ ਕੋਲ A, B, C ਲੋਕੇਟ ਕੀਤੇ ਹੋਏ ਆ। ਤਾਂ ਆਪਣੇ ਕੋਲ ਜਿਹੜੇ ਇਸ ਵਿੱਚੋਂ ਉੱਤਰ ਕਹੇ ਆ, ਆਪਸ਼ਨਾਂ ਕਿਹੜੀਆਂ ਕਿਹੜੀਆਂ ਜਿਹੜੇ ਪ੍ਰਸ਼ਨਾਂ 'ਚੋਂ ਆਪਾਂ ਲੱਭਣੇ ਆ? ਨੰਬਰ 1 'ਤੇ ਹੈਗਾ ਕਿ ਇਹ ਧਾਤ ਹੈ ਜਾਂ ਅਧਾਤ। ਤਾਂ 17ਵੇਂ ਗਰੁੱਪ ਦੇ ਵਿੱਚ ਜਿੰਨੀਆਂ ਵੀ ਹੈਗੀਆਂ ਅਧਾਤਾਂ ਹੀ ਆ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਵਰਤੀ ਸਾਰਣੀ ਵਿੱਚ ਧਾਤਾਂ ਤੋਂ ਬਾਅਦ ਉਪ ਧਾਤਾਂ ਆ ਜਾਂਦੀਆਂ। ਜੇ ਆਪਾਂ ਪੀਰੀਅਡ ਵਾਈਜ਼ ਅੱਗੇ ਵਧੀਏ ਤਾਂ ਉਪ ਧਾਤਾਂ ਤੋਂ ਅੱਗੇ ਸਾਰੀਆਂ ਅਧਾਤਾਂ ਆ ਜਾਂਦੀਆਂ। 17ਵੇਂ ਗਰੁੱਪ 'ਚ ਸਾਰੀਆਂ ਅਧਾਤਾਂ ਹੈਗੀਆਂ, ਇਸ ਕਰਕੇ ਇਹ ਜਿਹੜੀ ਆ ਅਧਾਤ ਹੈ। ਫਿਰ ਇਹ ਕਿਹਾ ਕਿ ਦੱਸੋ ਇਹਦੇ ਟਾਕਰੇ ਵਿੱਚ C ਵਧੇਰੇ ਕਿਰਿਆਸ਼ੀਲ ਹੈ ਜਾਂ ਘੱਟ ਕਿਰਿਆਸ਼ੀਲ? ਤਾਂ C ਜਿਹੜਾ ਘੱਟ ਕਿਰਿਆਸ਼ੀਲ ਹੈ, ਕਿਉਂਕਿ ਜਿਵੇਂ ਜਿਵੇਂ ਆਪਾਂ ਗਰੁੱਪ ਵਿੱਚ ਅੱਗੇ ਵੱਧਦੇ ਜਾਵਾਂਗੇ, ਪਹਿਲੇ ਤੋਂ 18ਵੇਂ ਗਰੁੱਪ ਵੱਲ ਜਾਂਦੇ ਜਾਵਾਂਗੇ, ਜਿਹੜੀ ਕਿਰਿਆਸ਼ੀਲਤਾ ਉਹ ਘੱਟਦੀ ਜਾਵੇਗੀ ਅਤੇ 18ਵੇਂ ਗਰੁੱਪ ਦੇ ਵਿੱਚ ਕਿਰਿਆਸ਼ੀਲਤਾ ਜਮਾਂ ਹੀ ਖਤਮ ਹੋ ਜਾਏਗੀ। ਤਾਂ ਇਸ ਤਰ੍ਹਾਂ C ਜਿਹੜਾ ਹੈਗਾ ਉਹ ਘੱਟ ਕਿਰਿਆਸ਼ੀਲ ਹੈ,
ਕਿਉਂਕਿ ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਅਧਾਤਿਆਂ ਦੀ ਕਿਰਿਆਸ਼ੀਲਤਾ ਘਟਦੀ ਹੈ। ਅਗਲਾ ਵੀ ਕੀ B ਨਾਲੋਂ C ਆਕਾਰ ਵਿੱਚ ਵੱਡਾ ਹੈ ਜਾਂ ਛੋਟਾ? ਤਾਂ B ਨਾਲੋਂ C ਆਕਾਰ ਵਿੱਚ ਜਿਹੜਾ ਛੋਟਾ ਹੋਊਗਾ, ਕਿਉਂਕਿ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਆਕਾਰ ਜਿਹੜਾ ਹੈਗਾ ਉਹ ਘਟਦਾ ਹੈ। ਆਕਾਰ ਜਿਹੜਾ ਕਿਉਂ ਘਟਦਾ ਹੈਗਾ? ਕਿਉਂਕਿ ਜਿਹੜੀ ਕੇਂਦਰਕ ਦੀ ਤੇ ਬਾਹਰੀ ਸ਼ੈੱਲ ਦੀ ਜਿਹੜੀ ਆਪਸ ਵਿੱਚ ਆਕਰਸ਼ਣ ਬਲ ਹੈ ਉਹ ਵੱਧਦਾ ਜਾਂਦਾ ਹੈਗਾ। D ਹੈ ਕਿ ਤੱਤ A ਕਿਸ ਪ੍ਰਕਾਰ ਦਾ ਆਇਨ ਬਣਾਵੇਗਾ? ਕਿਉਂਕਿ ਇਹ ਜਿਹੜਾ ਹੈਗਾ ਉਹ ਅਧਾਤਾਂ ਹੈਗੀਆਂ, ਤਾਂ ਅਧਾਤਾਂ ਸਾਰੀਆਂ ਐਨਾਇਨ ਬਣਾਉਂਦੀਆਂ ਹੈਗੀਆਂ, ਤੇ ਇਸ ਕਰਕੇ ਇਹ ਕਿਸ ਪ੍ਰਕਾਰ ਦਾ ਆਇਨ ਬਣਾਵੇਗਾ? ਐਨਾਇਨ ਬਣਾਵੇਗਾ। ਤਾਂ ਇਸ ਤੋਂ ਬਾਅਦ 'ਚ ਆਪਾਂ ਅਗਲੇ ਲੈਕਚਰ 'ਚ 7ਵੇਂ ਪ੍ਰਸ਼ਨ ਤੋਂ ਸ਼ੁਰੂ ਕਰਾਂਗੇ। ਧੰਨਵਾਦ।